Hello students, today I explain the chapter Political Ideas of Mahatma Gandhi। ਅੱਜ ਮੈਂ ਜਿਸ ਵਿਸ਼ੇ ਦੇ ਉੱਪਰ ਵਿਚਾਰ ਕਰਨ ਜਾ ਰਹੀ ਹਾਂ ਉਸ ਵਿਸ਼ੇ ਦਾ ਨਾਮ ਹੈ ਮਹਾਤਮਾ ਗਾਂਧੀ ਜੀ ਦੇ ਰਾਜਨੀਤਿਕ ਵਿਚਾਰ। ਮਹਾਤਮਾ ਗਾਂਧੀ ਜੀ ਦੇ ਰਾਜਨੀਤਿਕ ਵਿਚਾਰਾਂ ਦੇ ਬਾਰੇ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਕਿ ਉਹਨਾਂ ਦੇ ਰਾਜਨੀਤੀ ਪ੍ਰਤੀ ਕੀ ਵਿਚਾਰ ਸਨ। ਗਾਂਧੀ ਜੀ ਇੱਕ ਦਾਰਸ਼ਨਿਕ, ਆਰਥਿਕ ਤੇ ਸਮਾਜ ਸੁਧਾਰਕ, ਆਮ ਜਨਤਾ ਦੇ ਮਾਰਗਦਰਸ਼ਕ, ਲਿਤਾੜੇ ਹੋਏ ਲੋਕਾਂ ਦੇ ਦੋਸਤ, ਸਮਾਜਵਾਦੀ ਅਤੇ ਕ੍ਰਾਂਤੀਕਾਰੀ ਧਰਮਾਤਮਾ ਸਨ, ਜਿਨ੍ਹਾਂ ਨੇ ਆਪਣੇ ਉੱਚ ਸਿਧਾਂਤਾਂ, ਉਦੇਸ਼ਾਂ ਅਤੇ ਆਦਰਸ਼ ਜੀਵਨ ਦੁਆਰਾ ਲੋਕਾਂ ਨੂੰ ਇੱਕ ਨਵੀਂ ਰਾਹ ਦਿਖਾਈ ਅਤੇ ਭਾਰਤ ਵਾਸੀਆਂ ਦੇ ਦਿਲਾਂ ਵਿੱਚ ਇੱਕ ਨਵੀਂ ਰੂਹ ਫੂਕ ਦਿੱਤੀ। ਤੇ ਸੁਤੰਤਰਤਾ ਪ੍ਰਾਪਤੀ ਦੀ ਲੜਾਈ ਵਿੱਚ ਉਹ ਸਦਾ ਅਗਲੀ ਕਤਾਰ ਵਿੱਚ ਰਹੇ ਤੇ ਬਿਨਾਂ ਕਿਸੇ ਪ੍ਰਕਾਰ ਦੇ ਵਿਆਪਕ ਖੂਨ ਖਰਾਬੇ ਦੇ ਸੱਚ ਅਹਿੰਸਾ ਦੇ ਮਾਰਗ ਤੇ ਚੱਲਦਿਆਂ ਹੋਇਆਂ ਉਹਨਾਂ ਭਾਰਤ ਲਈ ਸੁਤੰਤਰਤਾ ਪ੍ਰਾਪਤ ਕੀਤੀ। ਅੱਗੇ ਅਸੀਂ ਗੱਲ ਕਰਾਂਗੇ ਕਿ ਗਾਂਧੀ ਜੀ ਦੇ ਰਾਜਨੀਤਿਕ ਵਿਚਾਰ, ਪੋਲੀਟੀਕਲ ਆਈਡੀਆਸ ਆਫ ਗਾਂਧੀ ਜੀ। ਗਾਂਧੀ ਜੀ ਦੇ ਰਾਜਨੀਤੀ ਪ੍ਰਤੀ ਕੀ ਵਿਚਾਰ ਸਨ। ਧਰਮ ਅਤੇ ਰਾਜਨੀਤੀ ਵਿੱਚ ਗੂੜਾ ਸੰਬੰਧ। ਗਾਂਧੀ ਜੀ ਧਰਮ ਅਤੇ ਰਾਜਨੀਤੀ ਵਿੱਚ ਗੂੜਾ ਸੰਬੰਧ ਸਵੀਕਾਰ ਕਰਦੇ ਸਨ। ਉਹਨਾਂ ਦਾ ਵਿਚਾਰ ਸੀ ਕਿ ਜਿਹੜੇ ਵਿਅਕਤੀ ਇਹਨਾਂ ਨੂੰ ਵੱਖਰਾ ਕਰਨਾ ਚਾਹੁੰਦੇ ਹਨ ਉਹ ਅਸਲ ਵਿੱਚ ਧਰਮ ਦਾ ਅਰਥ ਨਹੀਂ ਜਾਣਦੇ। ਗਾਂਧੀ ਜੀ ਨੇ ਕਿਹਾ ਕਿ ਮੈਂ ਉਸ ਵੇਲੇ ਤੱਕ ਧਾਰਮਿਕ ਜੀਵਨ ਬਤੀਤ ਨਹੀਂ ਕਰ ਸਕਦਾ ਜਦ ਤੱਕ ਮੈਂ ਆਪਣੇ ਆਪ ਨੂੰ ਸਮੁੱਚੀ ਮਨੁੱਖੀ ਜਾਤੀ ਨਾਲ ਇਕਮਿਕ ਨਹੀਂ ਕਰਦਾ, ਅਤੇ ਮੈਂ ਇਹ ਉਸ ਵੇਲੇ ਤੱਕ ਨਹੀਂ ਕਰ ਸਕਦਾ ਜਦੋਂ ਤੱਕ ਮੈਂ ਰਾਜਨੀਤੀ ਵਿੱਚ ਭਾਗ ਨਹੀਂ ਲੈਂਦਾ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਗਾਂਧੀ ਜੀ ਧਰਮ ਅਤੇ ਰਾਜਨੀਤੀ ਨੂੰ ਅਲੱਗ-ਅਲੱਗ ਨਹੀਂ ਬਲਕਿ ਇੱਕ ਹੀ ਚੀਜ਼ ਮੰਨਦੇ ਸਨ, ਅਤੇ ਧਰਮ ਉਹਨਾਂ ਦਾ ਵਿਚਾਰ ਸੀ ਕਿ ਧਰਮ ਅਤੇ ਰਾਜਨੀਤੀ ਵਿੱਚ ਬਹੁਤ ਹੀ ਗੂੜਾ ਸੰਬੰਧ ਹੈ ਤੇ ਇਹਨਾਂ ਨੂੰ ਅਲੱਗ ਨਹੀਂ ਕੀਤਾ ਜਾ ਸਕਦਾ। ਉਦੇਸ਼ਾਂ ਅਤੇ ਸਾਧਨਾਂ ਵਿੱਚ ਗੂੜਾ ਸੰਬੰਧ। ਗਾਂਧੀ ਜੀ ਦਾ ਵਿਚਾਰ ਸੀ ਕਿ ਉਦੇਸ਼ ਅਤੇ ਸਾਧਨਾ ਵਿਚਕਾਰ ਗੂੜਾ ਸੰਬੰਧ ਹੁੰਦਾ ਹੈ ਅਤੇ ਦੋਹਾਂ ਨੂੰ ਇੱਕ ਦੂਜੇ ਨਾਲੋਂ ਵੱਖ ਨਹੀਂ ਕੀਤਾ ਜਾ ਸਕਦਾ। ਉਹਨਾਂ ਦਾ ਵਿਚਾਰ ਸੀ ਕਿ ਚੰਗੇ ਉਦੇਸ਼ ਭੈੜੇ ਸਾਧਨਾ ਦੁਆਰਾ ਪ੍ਰਾਪਤ ਨਹੀਂ ਕੀਤੇ ਜਾ ਸਕਦੇ। ਸਾਧਨਾ ਦਾ ਪਵਿੱਤਰ ਹੋਣਾ ਵੀ ਬਹੁਤ ਜ਼ਰੂਰੀ ਹੈ। ਜਿਵੇਂ ਕਿ ਅਸੀਂ ਮਾੜਾ ਬੀਜ ਕੇ ਚੰਗੇ ਪੌਦੇ ਦੀ ਆਸ ਨਹੀਂ ਕਰ ਸਕਦੇ, ਇਸੇ ਤਰ੍ਹਾਂ ਅਸੀਂ ਮਾੜੇ ਸਾਧਨ ਅਪਣਾ ਕੇ ਚੰਗੇ ਟੀਚਿਆਂ ਦੀ ਆਸ ਨਹੀਂ ਕਰ ਸਕਦੇ। ਇਹੋ ਕਾਰਨ ਸੀ ਕਿ ਗਾਂਧੀ ਜੀ ਨੇ ਸੁਤੰਤਰਤਾ ਦੀ ਪ੍ਰਾਪਤੀ ਲਈ ਅਹਿੰਸਾ ਨੂੰ ਸਾਧਨ ਦੇ ਰੂਪ ਵਿੱਚ ਵਰਤਿਆ ਸੀ ਤੇ ਇੱਕ ਚੰਗੇ ਉਦੇਸ਼ ਦੀ ਪ੍ਰਾਪਤੀ ਲਈ ਇੱਕ ਚੰਗੇ ਸਾਧਨ ਦਾ ਹੋਣਾ ਬਹੁਤ ਜ਼ਰੂਰੀ ਹੈ। ਇਹ ਗਾਂਧੀ ਜੀ ਦਾ ਵਿਚਾਰ ਸੀ। ਸੰਪੱਤੀ ਦਾ ਅਮਾਨਤੀ ਸਿਧਾਂਤ। ਗਾਂਧੀ ਜੀ ਖੁੱਲ੍ਹੇ ਮੁਕਾਬਲੇ, ਸੁਤੰਤਰ ਵਪਾਰ ਤੇ ਪੂੰਜੀਵਾਦ ਅਰਥ ਵਿਵਸਥਾ ਦੇ ਵਿਰੋਧੀ ਸਨ। ਫਿਰ ਵੀ ਉਹ ਪੂੰਜੀਵਾਦ ਨੂੰ ਪੂਰਨ ਰੂਪ ਵਿੱਚ ਨਸ਼ਟ ਨਹੀਂ ਕਰਨਾ ਚਾਹੁੰਦੇ ਸਨ। ਉਹਨਾਂ ਦਾ ਵਿਚਾਰ ਸੀ ਕਿ ਪੂੰਜੀਵਾਦ ਨੂੰ ਇੱਕਦਮ ਖਤਮ ਕਰ ਦੇਣ ਨਾਲ ਸਮੁੱਚਾ ਆਰਥਿਕ ਵਿਕਾਸ ਰੁਕ ਜਾਵੇਗਾ। ਉਹਨਾਂ ਦਾ ਵਿਚਾਰ ਸੀ ਕਿ ਪੂੰਜੀਪਤੀਆਂ ਦੇ ਵਿਚਾਰਾਂ ਵਿੱਚ ਇੱਕ ਅਜਿਹੀ ਕ੍ਰਾਂਤੀ ਪੈਦਾ ਕੀਤੀ ਜਾਵੇ ਕਿ ਉਹ ਆਪਣੇ ਆਪ ਨੂੰ ਧਨ ਦਾ ਮਾਲਕ ਨਾ ਸਮਝ ਕੇ ਆਪਣੇ ਆਪ ਨੂੰ ਸੰਪੱਤੀ ਦੇ ਅਮਾਨਤੀ ਟਰਸਟੀ ਸਮਝਣ। ਵਾਧੂ ਪੂੰਜੀ ਆਪ ਹੀ ਗਰੀਬਾਂ ਵਿੱਚ ਵੰਡ ਦਿੱਤੀ ਜਾਣੀ ਚਾਹੀਦੀ ਹੈ ਤੇ ਪੂੰਜੀ ਨੂੰ ਗਾਂਧੀ ਜੀ ਹਿੰਸਾਤਮਕ ਤਰੀਕਿਆਂ ਨਾਲ ਖੋਹਣ ਦੇ ਹੱਕ ਵਿੱਚ ਨਹੀਂ ਸਨ। ਰਾਸ਼ਟਰਵਾਦ ਵਿੱਚ ਵਿਸ਼ਵਾਸ। ਗਾਂਧੀ ਜੀ ਰਾਸ਼ਟਰਵਾਦੀ ਸਨ, ਪਰੰਤੂ ਉਹ ਫਾਸੀਵਾਦੀਆਂ ਅਤੇ ਨਾਜ਼ੀਵਾਦੀਆਂ ਦੀ ਤਰ੍ਹਾਂ ਉੱਘਾ ਰਾਸ਼ਟਰਵਾਦ ਵਿੱਚ ਵਿਸ਼ਵਾਸ ਨਹੀਂ ਰੱਖਦੇ ਸਨ, ਜਾਂ ਅਸੀਂ ਕਹਿ ਸਕਦੇ ਹਾਂ ਕਿ ਉਹ ਸੌੜੇ ਰਾਸ਼ਟਰਵਾਦੀ ਨਹੀਂ ਸਨ। ਉਹ ਅੰਤਰਰਾਸ਼ਟਰਵਾਦ ਵਿੱਚ ਵਿਸ਼ਵਾਸ ਰੱਖਦੇ ਸਨ ਤੇ ਉਹਨਾਂ ਦਾ ਵਿਚਾਰ ਸੀ ਕਿ ਰਾਸ਼ਟਰੀਅਤਾ ਅੰਤਰਰਾਸ਼ਟਰੀਅਤਾ ਲਈ ਆਧਾਰ ਹੈ, ਰੁਕਾਵਟ ਨਹੀਂ। ਗਾਂਧੀ ਜੀ ਨੇ ਕਿਹਾ ਕਿ ਮੇਰੇ ਵਿਚਾਰਾਂ ਵਿੱਚ ਬਿਨਾਂ ਰਾਸ਼ਟਰਵਾਦੀ ਹੋਇਆ ਅੰਤਰਰਾਸ਼ਟਰਵਾਦੀ ਹੋਣਾ ਅਸੰਭਵ ਹੈ। ਬਹੁਮਤ ਦੇ ਸਿਧਾਂਤ ਦਾ ਵਿਰੋਧ। ਗਾਂਧੀ ਜੀ ਭਾਵੇਂ ਲੋਕਤੰਤਰੀ ਸਰਕਾਰ ਨੂੰ ਸਵੀਕਾਰ ਕਰਦੇ ਸਨ, ਪਰੰਤੂ ਫਿਰ ਵੀ ਬਹੁਮਤ ਦੇ ਸਿਧਾਂਤ ਦਾ ਖੰਡਨ ਕਰਦੇ ਹਨ। ਗਾਂਧੀ ਜੀ ਦਾ ਵਿਚਾਰ ਹੈ ਕਿ ਬਹੁਮਤ ਨੂੰ ਘੱਟ ਗਿਣਤੀ ਉੱਪਰ ਸ਼ਾਸਨ ਨਹੀਂ ਕਰਨਾ ਚਾਹੀਦਾ, ਸਗੋਂ ਉਹਨਾਂ ਦੇ ਸਹਿਯੋਗ ਨਾਲ ਰਾਜ ਪ੍ਰਬੰਧ ਚਲਾਉਣਾ ਚਾਹੀਦਾ ਹੈ। ਬਹੁਮਤ ਨੂੰ ਬਾਕੀ ਵਰਗਾਂ ਦੇ ਵਿਚਾਰਾਂ ਦਾ ਸਨਮਾਨ ਕਰਨਾ ਚਾਹੀਦਾ, ਕਿਉਂਕਿ ਕਈ ਵਾਰ ਕੋਈ ਵੀ ਇੱਕ ਵਿਅਕਤੀ ਵੀ ਚੰਗੀ ਗੱਲ ਨਹੀਂ ਕਰ ਸਕਦਾ। ਉਹਨਾਂ ਨੇ ਲਿਖਿਆ ਕਿ ਇੱਕ ਗੁਣਵਾਨ ਪੁੱਤਰ 100 ਬਦਮਾਸ਼ਾਂ ਤੋਂ ਚੰਗਾ ਹੈ। 5 ਪਾਂਡਵ ਸੈਂਕੜੇ ਕੌਰਵਾਂ ਦੇ ਮੁਕਾਬਲੇ ਵਿੱਚ ਵਧੇਰੇ ਮਹਾਨ ਸਨ। ਰਾਜ ਦੇ ਸੀਮਤ ਕਾਰਜ। ਮਹਾਤਮਾ ਗਾਂਧੀ ਜੀ ਵੀ ਵਿਅਕਤੀਵਾਦੀਆਂ ਦੀ ਤਰ੍ਹਾਂ ਰਾਜ ਨੂੰ ਘੱਟ ਤੋਂ ਘੱਟ ਕਾਰਜ ਸੌਂਪਣੇ ਚਾਹੁੰਦੇ ਸਨ। ਉਹਨਾਂ ਨੂੰ ਵੀ ਵਿਅਕਤੀਆਂ ਦੇ ਕਾਰਜ ਵਿੱਚ ਘੱਟ ਤੋਂ ਘੱਟ ਦਖਲ ਅੰਦਾਜ਼ੀ ਕਰਨੀ ਚਾਹੀਦੀ ਹੈ।
ਉਹਨਾਂ ਦਾ ਵਿਚਾਰ ਸੀ ਕਿ ਰਾਜ ਦੀਆਂ ਵਧਦੀਆਂ ਹੋਈਆਂ ਸ਼ਕਤੀਆਂ ਵਿਅਕਤੀ ਦੇ ਲਈ ਖਤਰਨਾਕ ਸਾਬਤ ਹੋ ਸਕਦੀਆਂ ਹਨ ਤੇ ਵਿਅਕਤੀ ਦੀ ਸੁਤੰਤਰਤਾ ਕੁਚਲੀ ਜਾ ਸਕਦੀ ਹੈ। ਉਹ ਰਾਜ ਚੰਗਾ ਹੈ ਜਿਹੜਾ ਘੱਟ ਤੋਂ ਘੱਟ ਸ਼ਾਸਨ ਕਰਦਾ ਹੈ। ਇਸ ਨਾਲ ਵਿਅਕਤੀ ਨੂੰ ਵਧੇਰੇ ਸੁਤੰਤਰਤਾ ਪ੍ਰਾਪਤ ਹੋਵੇਗੀ ਅਤੇ ਉਹ ਆਪਣੇ ਜੀਵਨ ਵਿੱਚ ਉਚਿਤ ਵਿਕਾਸ ਕਰ ਸਕੇਗਾ। ਰਾਜ ਸਾਧਨ ਹੈ ਨਾ ਕਿ ਟੀਚਾ। ਮਹਾਤਮਾ ਗਾਂਧੀ ਜੀ ਆਦਰਸ਼ਵਾਦੀਆਂ ਦੇ ਉਲਟ ਰਾਜ ਨੂੰ ਸਾਧਨ ਦੇ ਰੂਪ ਵਿੱਚ ਸਵੀਕਾਰ ਕਰਦੇ ਸਨ ਅਤੇ ਵਿਅਕਤੀ ਨੂੰ ਟੀਚਾ ਮੰਨਦੇ ਸਨ। ਰਾਜ ਮਨੁੱਖ ਲਈ ਹੋਂਦ ਵਿੱਚ ਆਇਆ ਹੈ ਨਾ ਕਿ ਵਿਅਕਤੀ ਰਾਜ ਲਈ ਹੋਂਦ ਵਿੱਚ ਆਇਆ ਹੈ। ਰਾਜ ਦਾ ਉਦੇਸ਼ ਮਨੁੱਖਾਂ ਦਾ ਵਿਕਾਸ ਕਰਨਾ ਹੈ ਅਤੇ ਵਿਅਕਤੀ ਨੂੰ ਰਾਜ ਲਈ ਕੁਰਬਾਨ ਨਹੀਂ ਕੀਤਾ ਜਾ ਸਕਦਾ। ਗਾਂਧੀ ਜੀ ਤਾਂ ਰਾਜ ਨੂੰ ਬੇਲੋੜੀ ਬੁਰਾਈ ਦੇ ਰੂਪ ਵਿੱਚ ਸਵੀਕਾਰ ਕਰਦੇ ਹਨ। ਅਹਿੰਸਾ ਵਿੱਚ ਵਿਸ਼ਵਾਸ। ਗਾਂਧੀ ਜੀ ਅਹਿੰਸਾ ਦੇ ਪੁਜਾਰੀ ਸਨ ਅਤੇ ਉਹਨਾਂ ਦੁਆਰਾ ਇਸ ਨੂੰ ਆਪਣੇ ਪ੍ਰੋਗਰਾਮ ਦਾ ਇੱਕ ਅੰਗ ਬਣਾਇਆ ਗਿਆ ਸੀ। ਗਾਂਧੀ ਜੀ ਨੇ ਲਿਖਿਆ ਹੈ ਕਿ ਅਹਿੰਸਾ ਮਨੁੱਖੀ ਜਾਤੀ ਦਾ ਨਿਯਮ ਹੈ ਜਦ ਕਿ ਹਿੰਸਾ ਪਸ਼ੂਆਂ ਦਾ ਨਿਯਮ ਹੈ। ਜਾਨਵਰਾਂ ਵਿੱਚ ਰੂਹ ਛੁਪੀ ਹੋਈ ਰਹਿੰਦੀ ਹੈ ਪਰ ਉਹ ਪਦਾਰਥਿਕ ਸ਼ਕਤੀ ਦੇ ਸਿਧਾਂਤ ਤੋਂ ਸਿਵਾਏ ਹੋਰ ਕੁਝ ਨਹੀਂ ਜਾਣਦੇ। ਅਹਿੰਸਾ ਪੂਰਨ ਰਾਜ ਹੈ। ਉਹ ਆਦਰਸ਼ ਹੈ ਜਿਸ ਵੱਲ ਮਨੁੱਖ ਕੁਦਰਤੀ ਰੂਪ ਵਿੱਚ ਬਿਨਾਂ ਇੱਛਾ ਕੀਤਿਆਂ ਚੱਲਦੇ ਹਨ। ਮੇਰੇ ਲਈ ਅਹਿੰਸਾ ਕੋਈ ਦਾਰਸ਼ਨਿਕ ਸਿਧਾਂਤ ਨਹੀਂ ਹੈ। ਇਹ ਮੇਰੇ ਜੀਵਨ ਦਾ ਨਿਯਮ ਹੈ। ਇਹ ਬੁੱਧੀ ਨੂੰ ਨਹੀਂ ਦਿਲ ਨੂੰ ਪ੍ਰਭਾਵਿਤ ਕਰਦਾ ਹੈ। ਕਰਤੱਵ ਪਾਲਣ ਉੱਤੇ ਵਧੇਰੇ ਜ਼ੋਰ। ਗਾਂਧੀ ਜੀ ਅਧਿਕਾਰਾਂ ਨਾਲੋਂ ਕਰਤੱਵ ਪਾਲਣ ਉੱਤੇ ਵਧੇਰੇ ਜ਼ੋਰ ਦਿੰਦੇ ਸਨ ਕਿਉਂਕਿ ਉਹਨਾਂ ਦਾ ਵਿਚਾਰ ਸੀ ਕਿ ਕਰਤੱਵ ਦੀ ਪਾਲਣਾ ਕਰਨ ਨਾਲ ਅਧਿਕਾਰ ਆਪੇ ਆਪ ਹੀ ਮਿਲ ਜਾਂਦੇ ਹਨ। ਕਰਤੱਵ ਪਾਲਣ ਤੋਂ ਬਿਨਾਂ ਅਧਿਕਾਰ ਨਿਰਾਰਥਕ ਹਨ। ਇਹ ਦੋਵੇਂ ਮਨੁੱਖ ਅਤੇ ਉਸ ਦੇ ਪਰਛਾਵੇਂ ਅਤੇ ਸਿੱਕੇ ਦੇ ਦੋ ਪਾਸਿਆਂ ਦੀ ਤਰ੍ਹਾਂ ਹਨ ਜਿਸ ਦੇ ਇੱਕ ਪਾਸੇ ਅਧਿਕਾਰ ਤੇ ਦੂਜੇ ਪਾਸੇ ਕਰਤੱਵ ਉਕਰਿਆ ਹੋਇਆ ਹੈ। ਸੁਧਾਰਵਾਦੀ ਸਿਜਾਵਾਂ ਦੇ ਹੱਕ ਵਿੱਚ। ਗਾਂਧੀ ਜੀ ਦੋਸ਼ੀਆਂ ਵਿੱਚ ਸੁਧਾਰ ਲਿਆਉਣ ਦੇ ਹੱਕ ਵਿੱਚ ਅਤੇ ਵਰਤਮਾਨ ਸਜ਼ਾ ਪ੍ਰਣਾਲੀ ਦੇ ਵਿਰੁੱਧ ਸਨ। ਉਹਨਾਂ ਦਾ ਵਿਚਾਰ ਸੀ ਕਿ ਵਰਤਮਾਨ ਸਜ਼ਾ ਪ੍ਰਣਾਲੀ ਦੋਸ਼ੀ ਨੂੰ ਪੱਕਾ ਰਜਿਸਟਰਡ ਦੋਸ਼ੀ ਬਣਾ ਦਿੰਦੀ ਹੈ ਜਦਕਿ ਸਜ਼ਾ ਦੇ ਦੋ ਉਦੇਸ਼ ਹੋਣੇ ਚਾਹੀਦੇ ਹਨ। ਦੋਸ਼ੀ ਵਿੱਚ ਸੁਧਾਰ ਲਿਆਉਣਾ ਤਾਂ ਜੋ ਉਹ ਅਗਾਂਹ ਕੋਈ ਜੁਰਮ ਨਾ ਕਰ ਸਕੇ। ਭਵਿੱਖ ਵਿੱਚ ਅਜਿਹੇ ਅਪਰਾਧ ਨੂੰ ਰੋਕਣਾ। ਗਾਂਧੀ ਜੀ ਦਾ ਵਿਚਾਰ ਸੀ ਕਿ ਮਨੁੱਖ ਨੂੰ ਅਪਰਾਧੀਆਂ ਵੱਲ ਘਿਰਣਾ ਦੀ ਨਜ਼ਰ ਨਾਲ ਨਹੀਂ ਦੇਖਣਾ ਚਾਹੀਦਾ। ਛੇਤੀ ਮਿਲਣ ਵਾਲੇ ਅਤੇ ਸਸਤੇ ਨਿਆਂ ਵਿੱਚ ਵਿਸ਼ਵਾਸ। ਗਾਂਧੀ ਜੀ ਨਿਆਂ ਨੂੰ ਸਸਤਾ ਬਣਾਏ ਜਾਣ ਦੇ ਹੱਕ ਵਿੱਚ ਸਨ ਤਾਂ ਜੋ ਹਰ ਇੱਕ ਵਿਅਕਤੀ ਨਿਆਂ ਪ੍ਰਾਪਤ ਕਰ ਸਕੇ ਅਤੇ ਗਾਂਧੀ ਜੀ ਅਨੁਸਾਰ ਵਰਤਮਾਨ ਨਿਆਂ ਮਹਿੰਗਾ ਹੈ ਅਤੇ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੈ। ਇਸ ਤੋਂ ਇਲਾਵਾ ਉਹਨਾਂ ਦਾ ਇਹ ਵਿਚਾਰ ਸੀ ਕਿ ਨਿਆਂ ਛੇਤੀ ਮਿਲਣਾ ਚਾਹੀਦਾ ਹੈ। ਦੇਰ ਪਿੱਛੋਂ ਮਿਲਣ ਵਾਲਾ ਨਿਆਂ ਨਾ ਮਿਲਣ ਦੇ ਸਮਾਨ ਹੁੰਦਾ ਹੈ। ਆਦਰਸ਼ ਰਾਜ ਵਿੱਚ ਪੁਲਿਸ ਅਤੇ ਫੌਜ ਦੀ ਕੋਈ ਜ਼ਰੂਰਤ ਨਹੀਂ। ਗਾਂਧੀ ਜੀ ਦਾ ਵਿਚਾਰ ਸੀ ਕਿ ਆਦਰਸ਼ ਰਾਜ ਵਿੱਚ ਪੁਲਿਸ ਅਤੇ ਫੌਜ ਦੀ ਕੋਈ ਜ਼ਰੂਰਤ ਨਹੀਂ ਹੋਵੇਗੀ ਕਿਉਂਕਿ ਪੁਲਿਸ ਅਤੇ ਫੌਜ ਦਾ ਆਧਾਰ ਹਿੰਸਾ ਹੈ ਜਿਸ ਨੂੰ ਉਹ ਨਫ਼ਰਤ ਕਰਦੇ ਸਨ। ਵਰਤਮਾਨ ਰਾਜ ਵਿੱਚ ਉਹ ਇਸ ਦੀ ਲੋੜ ਮਹਿਸੂਸ ਕਰਦੇ ਸਨ ਪਰੰਤੂ ਉਹਨਾਂ ਦਾ ਵਿਚਾਰ ਸੀ ਕਿ ਪੁਲਿਸ ਅਤੇ ਫੌਜ ਦੇ ਅਧਿਕਾਰੀ ਅਹਿੰਸਾਵਾਦੀ ਹੋਣੇ ਚਾਹੀਦੇ ਹਨ। ਮੌਲਿਕ ਅਧਿਕਾਰਾਂ ਦੇ ਸਮਰਥਕ। ਗਾਂਧੀ ਜੀ ਅਨੁਸਾਰ ਲੋਕਤੰਤਰੀ ਰਾਜ ਵਿੱਚ ਨਾਗਰਿਕਾਂ ਨੂੰ ਉਹਨਾਂ ਦੇ ਅਧਿਕਾਰ ਪੂਰਨ ਤੌਰ 'ਤੇ ਦਿੱਤੇ ਜਾਣੇ ਚਾਹੀਦੇ ਹਨ। ਉਹਨਾਂ ਨੂੰ ਸਭਾਵਾਂ ਬਣਾਉਣ ਦਾ ਅਧਿਕਾਰ, ਭਾਸ਼ਣ ਦੇਣ ਦਾ, ਵਿਚਾਰ ਪ੍ਰਗਟ ਕਰਨ ਦਾ, ਜਾਤ, ਧਰਮ, ਰੰਗ, ਨਸਲ ਆਦਿ ਦੇ ਆਧਾਰ 'ਤੇ ਵਿਤਕਰਿਆਂ ਦੀ ਮਨਾਹੀ, ਧਾਰਮਿਕ ਸੁਤੰਤਰਤਾ ਦਾ ਅਧਿਕਾਰ, ਮੁਫਤ ਅਤੇ ਲਾਜ਼ਮੀ ਵਿੱਦਿਆ ਦਾ ਅਧਿਕਾਰ, ਆਰਥਿਕ ਤੇ ਸਮਾਜਿਕ ਸੁਰੱਖਿਆ ਦਾ ਅਧਿਕਾਰ, ਇਹ ਸਾਰੇ ਮੌਲਿਕ ਅਧਿਕਾਰ ਨਾਗਰਿਕਾਂ ਨੂੰ ਦਿੱਤੇ ਜਾਣੇ ਚਾਹੀਦੇ ਹਨ। ਮਸ਼ੀਨਾਂ ਦਾ ਵਿਰੋਧ। ਗਾਂਧੀ ਜੀ ਮਸ਼ੀਨਾਂ ਨੂੰ ਮਨੁੱਖ ਜਾਤੀ ਲਈ ਸਰਾਪ ਮੰਨਦੇ ਸਨ। ਉਹਨਾਂ ਦਾ ਵਿਚਾਰ ਸੀ ਕਿ ਸਮਾਜ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਮਸ਼ੀਨਾਂ ਦੇ ਕਾਰਨ ਹੀ ਹਨ। ਮਸ਼ੀਨਾਂ ਪੂੰਜੀਵਾਦ ਨੂੰ ਉਤਸ਼ਾਹਿਤ ਕਰਦੀਆਂ ਹਨ ਕਿਉਂਕਿ ਇਨ੍ਹਾਂ ਸਦਕਾ ਧਨ ਕੁਝ ਲੋਕਾਂ ਦੇ ਹੱਥਾਂ ਵਿੱਚ ਇਕੱਤਰ ਹੋ ਜਾਂਦਾ ਹੈ ਅਤੇ ਗਰੀਬ ਹੋਰ ਵੀ ਗਰੀਬ ਹੋ ਜਾਂਦੇ ਹਨ। ਰਾਸ਼ਟਰਵਾਦ ਅਤੇ ਅੰਤਰਰਾਸ਼ਟਰਵਾਦ। ਗਾਂਧੀ ਜੀ ਸੱਚੇ ਦੇਸ਼ ਭਗਤ ਸਨ ਅਤੇ ਉਹ ਰਾਸ਼ਟਰਵਾਦ ਵਿੱਚ ਵਿਸ਼ਵਾਸ ਰੱਖਦੇ ਸਨ। ਉਹਨਾਂ ਦਾ ਵਿਚਾਰ ਸੀ ਕਿ ਲੋੜ ਪੈਣ 'ਤੇ ਵਿਅਕਤੀ ਨੂੰ ਆਪਣਾ ਸਭ ਕੁਝ ਰਾਸ਼ਟਰ ਲਈ ਕੁਰਬਾਨ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਉਹਨਾਂ ਦੇ ਵਿਚਾਰ ਅਨੁਸਾਰ ਸੱਚਾ ਰਾਸ਼ਟਰਵਾਦੀ ਉਹ ਹੈ ਜੋ ਸਵਦੇਸ਼ੀ ਵਸਤੂਆਂ ਦਾ ਪ੍ਰਯੋਗ ਕਰਦਾ ਹੈ ਅਤੇ ਉਸ ਨੂੰ ਆਪਣੀ ਭਾਸ਼ਾ, ਪਹਿਰਾਵੇ, ਕੰਮ, ਵਿਚਾਰ ਪਹਿਰਾਵੇ ਵਿੱਚ ਪੂਰੀ ਤਰ੍ਹਾਂ ਸਵਦੇਸ਼ੀ ਹੋਣਾ ਚਾਹੀਦਾ ਹੈ। ਸ਼ਕਤੀਆਂ ਦਾ ਵਿਕੇਂਦਰੀਕਰਨ। ਗਾਂਧੀ ਜੀ ਸ਼ਕਤੀਆਂ ਦੇ ਵਿਕੇਂਦਰੀਕਰਨ ਦੇ ਹੱਕ ਵਿੱਚ ਸਨ। ਇਸ ਉਦੇਸ਼ ਦੀ ਪੂਰਤੀ ਲਈ ਗਾਂਧੀ ਜੀ ਨੇ ਸਥਾਨਿਕ ਸਵੈ ਸ਼ਾਸਨ ਦੀ ਵਿਵਸਥਾ ਲਾਗੂ ਕੀਤੇ ਜਾਣ ਦੇ ਹੱਕ ਵਿੱਚ ਸਨ। ਇਸ ਨਾਲ ਲੋਕਾਂ ਵਿੱਚ ਚੇਤਨਤਾ ਆਏਗੀ ਅਤੇ ਉਹਨਾਂ ਵਿੱਚ ਜ਼ਿੰਮੇਵਾਰੀ
ਦਾ ਅਹਿਸਾਸ ਹੋਵੇਗਾ ਅਤੇ ਰਾਜ ਪ੍ਰਬੰਧ ਚਲਾਉਣ ਦੇ ਯੋਗ ਹੋ ਸਕਣਗੇ। ਗਾਂਧੀ ਜੀ ਦੇ ਵਿਚਾਰ ਸੀ ਕਿ ਪਿੰਡਾਂ ਵਿੱਚ ਪੰਚਾਇਤਾਂ ਕਾਇਮ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਪਿੰਡਾਂ ਦਾ ਰਾਜ ਪ੍ਰਬੰਧ ਚਲਾਉਣ ਦੀ ਸਮੁੱਚੀ ਸ਼ਕਤੀ ਇਹਨਾਂ ਪੰਚਾਇਤਾਂ ਨੂੰ ਹੀ ਦਿੱਤੀ ਜਾਣੀ ਚਾਹੀਦੀ ਹੈ। ਇਸ ਨਾਲ ਪਿੰਡ ਰਾਜ ਪ੍ਰਬੰਧ ਦੀ ਸੁਤੰਤਰ ਇਕਾਈ ਬਣ ਜਾਣਗੇ। ਸਾਮਰਾਜਵਾਦ ਦਾ ਵਿਰੁੱਧ ਗਾਂਧੀ ਜੀ ਸਾਮਰਾਜਵਾਦ ਦੇ ਵਿਰੁੱਧ ਸਨ, ਕਿਉਂਕਿ ਉਹਨਾਂ ਦੇ ਵਿਚਾਰ ਅਨੁਸਾਰ ਸਾਮਰਾਜਵਾਦ ਸੰਸਾਰ ਅਸ਼ਾਂਤੀ ਦਾ ਕਾਰਨ ਬਣਦਾ ਹੈ ਅਤੇ ਇਸ ਤਰ੍ਹਾਂ ਇਹ ਮਨੁੱਖਤਾ ਦਾ ਦੁਸ਼ਮਣ ਹੈ। ਵਿਕੇਂਦਰਿਤ ਅਰਥ ਵਿਵਸਥਾ ਗਾਂਧੀ ਜੀ ਆਰਥਿਕ ਸਾਧਨਾਂ ਦਾ ਵੀ ਵੱਧ ਤੋਂ ਵੱਧ ਵਿਕੇਂਦਰੀਕਰਨ ਕੀਤੇ ਜਾਣ ਦੇ ਹੱਕ ਵਿੱਚ ਸਨ। ਇਸ ਉਦੇਸ਼ ਦੀ ਪੂਰਤੀ ਲਈ ਉਹ ਛੋਟੇ ਅਤੇ ਘਰੇਲੂ ਉਦਯੋਗਾਂ ਦੀ ਵਿਵਸਥਾ ਦੇ ਹੱਕ ਵਿੱਚ ਸਨ, ਤਾਂ ਜੋ ਹਰ ਵਿਅਕਤੀ ਥੋੜ੍ਹੀ ਪੂੰਜੀ ਲਗਾ ਕੇ ਆਪਣਾ ਧੰਦਾ ਆਰੰਭ ਕਰ ਸਕੇ। ਅਤੇ ਗਾਂਧੀ ਜੀ ਵੱਡੇ ਉਦਯੋਗਾਂ ਦੇ ਹੱਕ ਵਿੱਚ ਨਹੀਂ ਸਨ, ਕਿਉਂਕਿ ਉਹਨਾਂ ਦਾ ਵਿਚਾਰ ਸੀ ਕਿ ਵੱਡੇ ਉਦਯੋਗਾਂ ਰਾਹੀਂ ਪੂੰਜੀ ਕੁਝ ਵਿਅਕਤੀਆਂ ਦੇ ਹੱਥ ਵਿੱਚ ਇਕੱਠੀ ਹੋ ਜਾਵੇਗੀ। ਪੱਛਮੀ ਸੱਭਿਅਤਾ ਦੀ ਆਲੋਚਨਾ ਗਾਂਧੀ ਜੀ ਪੱਛਮੀ ਸੱਭਿਅਤਾ ਦੇ ਆਲੋਚਕ ਸਨ। ਉਹਨਾਂ ਦਾ ਵਿਚਾਰ ਸੀ ਕਿ ਪੱਛਮੀ ਸੱਭਿਅਤਾ ਨੂੰ ਅਪਣਾਉਣ ਨਾਲ ਭਾਰਤ ਆਪਣਾ ਮੌਲਿਕ ਸਰੂਪ ਗਵਾ ਬੈਠੇਗਾ ਅਤੇ ਉਹਨਾਂ ਦੇ ਵਿਚਾਰ ਅਨੁਸਾਰ ਪੱਛਮੀ ਸੱਭਿਅਤਾ ਦਾ ਆਧਾਰ ਭੌਤਿਕਵਾਦ ਹੈ, ਜਦ ਕਿ ਭਾਰਤੀ ਸੱਭਿਅਤਾ ਦਾ ਆਧਾਰ ਅਧਿਆਤਮਵਾਦ ਹੈ। ਉਹਨਾਂ ਅਨੁਸਾਰ ਅੰਗਰੇਜ਼ੀ ਸਕੂਲ, ਅੰਗਰੇਜ਼ੀ ਨਿਆਂ ਪ੍ਰਣਾਲੀ ਠੀਕ ਨਹੀਂ ਹੈ। ਅੰਗਰੇਜ਼ੀ ਦਵਾਈਆਂ ਨੂੰ ਤਾਂ ਉਹਨਾਂ ਨੇ ਕਾਲਾ ਜਾਦੂ ਦਾ ਦਰਜਾ ਦਿੱਤਾ ਸੀ। ਗਾਂਧੀ ਜੀ ਬਰਤਾਨਵੀ ਸੰਸਦੀ ਪ੍ਰਣਾਲੀ ਦੇ ਵੀ ਆਲੋਚਕ ਸਨ। ਉਹਨਾਂ ਦਾ ਵਿਚਾਰ ਸੀ ਕਿ ਅਜਿਹੀ ਸੰਸਦੀ ਪ੍ਰਣਾਲੀ ਤੋਂ ਸਰਵਜਨਕ ਕਲਿਆਣ ਦੀ ਸੰਭਾਵਨਾ ਰੱਖਣਾ ਵਿਅਰਥ ਹੈ। ਸੰਸਦ ਗੱਲਾਂ ਦੀ ਦੁਕਾਨ ਹੈ, ਜਿੱਥੇ ਮੈਂਬਰ ਦਲੀ ਹਿੱਤਾਂ ਨੂੰ ਮੁੱਖ ਰੱਖ ਕੇ ਵੋਟ ਪਾਉਂਦੇ ਹਨ। ਅਸਲ ਵਿੱਚ ਗਾਂਧੀ ਜੀ ਦਾ ਆਦਰਸ਼ ਸੰਸਦੀ ਲੋਕਤੰਤਰ ਨਹੀਂ ਸੀ, ਸਗੋਂ ਸਵੈ ਸ਼ਾਸਨ ਸੀ, ਜਿਸ ਵਿੱਚ ਹਰ ਵਿਅਕਤੀ ਆਪਣਾ ਸ਼ਾਸਕ ਆਪ ਹੋਏਗਾ। ਇਸ ਤਰ੍ਹਾਂ ਅੱਜ ਅਸੀਂ ਗਾਂਧੀ ਜੀ ਦੇ ਰਾਜਨੀਤਿਕ ਪ੍ਰਤੀ ਕੀ ਵਿਚਾਰ ਸਨ ਉਹਨਾਂ ਦੇ ਬਾਰੇ ਦੇ ਵਿੱਚ ਗੱਲ ਕੀਤੀ। ਥੈਂਕਸ, ਹੈਵ ਅ ਨਾਈਸ ਡੇ।